प्रशासन नूं जदों कोरी ना ही कर चुके हैं, फिर साडे नाल इह क्यों बेईमानी की जा रही है भी वो साडे नोटिफिकेशन कढ़ा रहे हैं रेटां दे। असीं आपदी ज़मीन दा 1 इंच भी किसी नूं नहीं देना। सानूं तां हुण इह लग रहा, जो सानूं पता लग रहा रिपोर्टां भी दिल्ली दे जो संघर्ष तो जो इकट्ठ तो सेंटर सरकार डर गई तो उन्हें एक चाल चली है भी उत्थे जो दिन पर दिन इकट्ठ वध रहा है उसनूं घटाउण दे लई उन्हां ने दफ्तरी कार्रवाइयां तेज़ करतीआं। ਜ਼ਿਮੀਂਦਾਰਾ ਕੀ ਕਰੂਗਾ, ਥਾਂ ਥਾਂ ਆਪਦਾ ਬਸੇਰਾ ਕਿੱਥੇ ਕਰੂਗਾ। ਇਹਦਾ 4 ਸਾਲਾਂ ਬਾਅਦ 5 ਸਾਲਾਂ ਬਾਅਦ ਹਮਲਾ ਕਰ ਦਿੰਦੇ ਆ ਕਿ ਸੈਂਟਰ ਸਰਕਾਰ ਤਾਂ ਸਾਨੂੰ ਮਾਰੇ ਰਹੀ ਹੈ ਲੇਕਿਨ ਪੰਜਾਬ ਸਰਕਾਰ ਸਾਨੂੰ ਲੁੱਟ ਰਹੀ ਹੈ। ਉਹਦੀ ਲੁੱਟ ਦੀਆਂ ਕਾਪੀਆਂ ਮੇਰੇ ਕੋਲ ਨੇ। ਉਹ ਜਿਵੇਂ ਆਪਾਂ ਕੋਈ ਪੇਸ਼ੀ ਤੇ ਨਹੀਂ ਜਾਂਦੇ ਇਸ ਤਰ੍ਹਾਂ ਸਾਨੂੰ ਬਿਠਾਇਆ ਜਾਂਦਾ ਵੀ ਪੇਸ਼ੀ ਹੋਊਗੀ, ਸਾਨੂੰ ਕੀ ਪੁੱਛਣਗੇ, ਉੱਥੇ ਹਾਜ਼ਰੀ ਲਾ ਕੇ ਸਾਨੂੰ ਮੋੜਿਆ ਜਾਂਦਾ। ਫਿਰ ਉਸ ਤੋਂ ਬਾਅਦ ਅਸੀਂ ਅੱਕ ਕੇ ਨਾ ਇਹੀ ਕੀਤਾ ਵੀ ਅਸੀਂ ਉਹ ਜਾਣਾ ਹੀ ਨਹੀਂ ਕਿਤੇ, ਆਪਦਾ ਇੱਥੇ ਸੰਘਰਸ਼ ਕਰਦੇ ਹਾਂ। ਸਾਡੇ ਖੇਤ 'ਚ ਜਦੋਂ ਵੜੂਗਾ ਪਹਿਲਾਂ ਅਸੀਂ ਧੋਖਾ ਖਾ ਕੇ ਵੀ ਬੁਰਜੀਆਂ ਲਾ ਗਏ, ਹੁਣ ਅਸੀਂ ਬੁਰਜੀ ਤੱਕ ਹੀ ਅਸੀਂ ਪੈਰ ਨਹੀਂ ਧਰਨ ਦਿੰਦੇ ਕਿਸੇ ਨੂੰ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਇੱਕ ਪਾਸੇ ਕਿਸਾਨ ਜਥੇਬੰਦੀਆਂ ਬਾਰਡਰਾਂ ਤੇ ਦਿੱਲੀ ਬਾਰਡਰਾਂ ਤੇ ਬੈਠੇ ਨੇ, ਖੇਤੀ ਕਾਨੂੰਨ ਬਣੇ ਨੇ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ। ਅਤੇ ਦੂਜੇ ਪਾਸੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇੱਥੇ ਭਵਾਨੀਗੜ੍ਹ ਦੇ ਨਜ਼ਦੀਕ ਦਿੱਲੀ ਕਟੜਾ ਐਕਸਪ੍ਰੈਸ ਰੋਡ ਨਿਕਲ ਰਿਹਾ, ਜਿਸ ਵਾਸਤੇ ਸਰਕਾਰ ਵੱਲੋਂ ਜ਼ਮੀਨ ਇਨਕੁਆਇਰ ਕੀਤੀ ਜਾ ਰਹੀ ਆ। ਬੁਰਜੀਆਂ ਲੱਗ ਚੁੱਕੀਆਂ ਨੇ। ਸੋ ਤੁਹਾਨੂੰ ਦੱਸ ਦਈਏ ਕਿ ਰੋਸ਼ਨੋ ਵਾਲਾ ਪਿੰਡਾ ਭਵਾਨੀਗੜ੍ਹ ਦੇ ਨਾਲ ਉੱਥੋਂ ਦੀ ਦਿੱਲੀ ਕਟੜਾ ਐਕਸਪ੍ਰੈਸ ਰੋਡ ਲੰਘਣਾ, ਜਿਸ ਦੀ ਕਿਸਾਨਾਂ ਤੋਂ ਜ਼ਮੀਨ ਲੈਣੀ ਸ਼ੁਰੂ ਕਰ ਹੀ ਦਿੱਤੀ ਹੈ। ਸੋ ਇੱਥੇ ਅਣਮਿੱਥੇ ਸਮੇਂ ਲਈ ਧਰਨਾ ਸਟਾਰਟ ਕੀਤਾ। ਦਿੱਲੀ ਕਟੜਾ ਐਕਸਪ੍ਰੈਸ ਸੰਘਰਸ਼ ਕਮੇਟੀ ਬਣੀ ਆ। ਸੰਘਰਸ਼ ਕਮੇਟੀ ਨੇ ਇੱਥੇ ਧਰਨਾ ਲਗਵਾਇਆ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਨਜ਼ਦੀਕ ਢਾਬੇ ਤੇ। ਇੱਥੇ ਬੈਠੇ ਨੇ ਕਿ ਅਸੀਂ ਨਹੀਂ ਜ਼ਮੀਨ ਦੇਣੀ, ਕਿਉਂਕਿ ਇੱਕ ਪਾਸੇ ਖੇਤੀ ਕਾਨੂੰਨ ਬਣੇ ਨੇ ਕਿ ਕਿਸਾਨਾਂ ਦੀਆਂ ਜ਼ਮੀਨਾਂ ਲਈਆਂ ਜਾਣਗੀਆਂ, ਕਿਸਾਨਾਂ ਤੋਂ ਕਾਰਪੋਰੇਟ ਘਰਾਣੇ ਜ਼ਮੀਨਾਂ ਲੈਣਗੇ। ਤੇ ਦੂਜੇ ਪਾਸੇ ਸੰਘਰਸ਼ ਕਮੇਟੀ ਕਹਿ ਰਹੀ ਹੈ ਕਿ ਸਾਤੋਂ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ। ਦਿੱਲੀ ਕਟੜਾ ਐਕਸਪ੍ਰੈਸ ਲੰਘ ਰਿਹਾ ਤੋਂ ਸਾਨੂੰ ਜ਼ਮੀਨਾਂ ਧੱਕੇ ਨਾਲ ਲੈ ਰਹੇ ਨੇ। ਕਰਾਂਗੇ ਗੱਲਬਾਤ। ਸੰਘਰਸ਼ ਕਮੇਟੀ ਦੇ ਪ੍ਰਧਾਨ ਮੌਜੂਦ ਨੇ ਸਾਡੇ ਨਾਲ। ਹਾਂਜੀ, ਕੀ ਕਹੋਗੇ? ਜ਼ਮੀਨਾਂ ਲੈ ਰਹੇ ਨੇ, ਬੁਰਜੀਆਂ ਲਾਈਆਂ ਨੇ, ਕਿੰਨਾ ਕੁ ਕੰਮ ਸ਼ੁਰੂ ਕਰਤਾ? ਪਹਿਲਾਂ ਤਾਂ ਅਸੀਂ ਪੰਜਾਬੀ ਲੋਕ ਚੈਨਲ ਦਾ ਸਾਡੇ ਕੋਲੇ ਪਹੁੰਚਣ ਤੇ ਧੰਨਵਾਦ ਤੇ ਸਵਾਗਤ ਕਰਦੇ ਹਾਂ। ਗੋਦੀ ਮੀਡੀਆ ਜਿਵੇਂ ਉਹਦੇ ਨਾਲ ਰਲ ਕੇ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ, ਤੁਹਾਡੇ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ। ਅਸੀਂ ਜਿਹੜੇ ਵੀ ਕਿਸਾਨ ਉਰੇ ਹੈਗੇ ਆ ਹਾਜ਼ਰ ਹਾਂ। ਸਾਡੀ ਜ਼ਮੀਨ ਸਰਕਾਰ ਨੇ ਐਕਵਾਇਰ ਕਰਨ ਦੀ ਕੋਸ਼ਿਸ਼ ਕਰੀ ਹੈ ਦਿੱਲੀ ਕਟੜਾ ਐਕਸਪ੍ਰੈਸ ਵਿੱਚ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਵੀ ਪਿਛਲੇ 3 ਮਹੀਨਿਆਂ ਤੋਂ ਆਪਣੀ ਸੈਂਟਰ ਦੀ ਸਰਕਾਰ ਨਾਲ ਜੋ ਲੜਾਈ ਚੱਲ ਰਹੀ ਹੈ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ, ਅਸੀਂ ਸਭ ਦਿੱਲੀ ਜਾਣ ਦੀਆਂ ਤਿਆਰੀਆਂ ਵਿੱਢ ਰਹੇ ਸੀ। ਸਾਡੇ ਮਾਂ-ਬਾਪ, ਭੈਣ ਭਾਈ, ਮਾਤਾਵਾਂ ਸਭ ਦਿੱਲੀ ਦੇ ਵਿੱਚ ਬੈਠੇ ਨੇ, ਪਰ ਸਰਕਾਰ ਨੇ ਆਪਦੀ ਸ਼ਾਤਰ ਦਿਮਾਗ ਨਾਲ ਚਾਲ ਚੱਲ ਕੇ ਪੰਜਾਬ ਦੇ ਵਿੱਚ ਇੱਕ ਨਵਾਂ ਹੀ ਬਖੇੜਾ ਸ਼ੁਰੂ ਕਰਤਾ। ਦਿੱਲੀ ਕਟੜਾ ਐਕਸਪ੍ਰੈਸਵੇ ਲਈ ਜ਼ਮੀਨ ਐਕਵਾਇਰ ਕਰਨ ਦੇ ਕੰਮ ਨੂੰ ਤੇਜ਼ ਕਰਤਾ। ਹੁਣ ਜਦੋਂ ਅਸੀਂ ਸਾਡੇ 'ਚੋਂ ਕੁਛ ਭਰਾ, ਕੁਛ ਸਾਥੀ ਦਿੱਲੀ ਬੈਠੇ ਸੀ ਤਾਂ ਸਾਨੂੰ ਸੁਨੇਹੇ ਆ ਰਹੇ ਨੇ ਘਰਾਂ 'ਚੋਂ ਵੀ ਆਪਣੇ ਖੇਤਾਂ ਦੇ ਵਿੱਚ ਠੇਕੇਦਾਰ ਅਫਸਰ ਫਿਰਦੇ ਨੇ, ਆਪਣੀਆਂ ਜ਼ਮੀਨਾਂ ਐਕਵਾਇਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਉਸ ਤੋਂ ਬਾਅਦ ਅਸੀਂ ਸਾਰੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਦਫ਼ਤਰਾਂ ਦੇ ਵਿੱਚ ਚੱਕਰ ਮਾਰਨੇ ਸ਼ੁਰੂ ਕਰਤੇ ਵੀ ਇਹ ਕੀ ਪ੍ਰੋਸੈਸ ਹੈ। ਤਾਂ ਸਾਨੂੰ ਪਤਾ ਲੱਗਿਆ ਗਿਆ ਵੀ ਇਹਨਾਂ ਨੇ ਕਿਸਾਨੀ ਧਰਨਿਆਂ ਦੀ ਆੜ ਦੇ ਵਿੱਚ 3A ਤੇ 3D ਨੋਟੀਫਿਕੇਸ਼ਨ ਕੱਢ ਕੇ ਸਾਡੀ ਸਹਿਮਤੀ ਤੋਂ ਬਿਨਾਂ ਸਾਡੀਆਂ ਜ਼ਮੀਨਾਂ ਦੇ ਫਰਦਾਂ ਤੇ ਆਪਦੇ ਨੋਟ ਪਵਾ ਦਿੱਤੇ ਵੀ ਇਹ ਜ਼ਮੀਨ ਹੁਣ ਸੈਂਟਰ ਸਰਕਾਰ ਦੇ ਅਧੀਨ ਹੋ ਗਈ। ਅਸੀਂ ਫਿਰ ਦਫ਼ਤਰਾਂ ਦੇ ਵਿੱਚ ਮੈਮੋਰੰਡਮ ਦੇਣੇ ਸ਼ੁਰੂ ਕੀਤੇ ਸਰਕਾਰੀ ਨੁਮਾਇੰਦਿਆਂ ਨੂੰ ਵੀ ਅਸੀਂ ਆਪਦੀ ਜਥੇਬੰਦੀਆਂ ਦੇ ਨਾਲ ਹਾਂ। ਅਸੀਂ ਸਮੂਹ ਕਿਸਾਨ ਭਰਾ ਦਿੱਲੀ ਨੂੰ 1 ਇੰਚ ਜ਼ਮੀਨ ਨਹੀਂ ਦੇਵਾਂਗੇ, ਕੇਂਦਰ ਕੈਪਟਨ ਦੀ ਤੇ ਕੇਂਦਰ ਦੀ ਸਰਕਾਰ ਨੂੰ, ਜਿੰਨਾ ਚਿਰ ਸਾਡੇ ਕਿਸਾਨ ਜਥੇਬੰਦੀਆਂ ਦਾ ਸੰਘਰਸ਼ 'ਚੋਂ ਜਿੱਤ ਨਹੀਂ ਹੁੰਦੀ। ਪਰ ਸਾਡੇ ਸਾਰਿਆਂ ਜੋ ਵੀ ਅਸੀਂ ਮੰਗ ਪੱਤਰ ਦਿੱਤੇ ਉਹਨਾਂ ਨੂੰ ਕੂੜੇਦਾਨਾਂ ਦੇ ਵਿੱਚ ਸਿੱਟ ਕੇ ਇਹਨਾਂ ਨੇ ਆਪਦੇ ਲੈਵਲ 'ਤੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਅੱਕ ਕੇ ਅਸੀਂ ਸਾਰੇ ਸਮੂਹ ਕਿਸਾਨਾਂ ਨੇ ਇੱਕ ਰਲ ਕੇ ਦਿੱਲੀ ਕਟੜਾ ਐਕਸਪ੍ਰੈਸਵੇ ਕਿਸਾਨ ਸੰਘਰਸ਼ ਕਮੇਟੀ ਬਣਾਈ ਹੈ। ਇਹ ਕਮੇਟੀ ਬਣਾਉਣ ਤੋਂ ਪਹਿਲਾਂ ਅਸੀਂ ਸਾਰੇ ਕਿਸਾਨ ਭਰਾਵਾਂ ਤੋਂ ਸਹਿਮਤੀ ਲਈ ਵੀ ਜੋ ਇਹ ਕਮੇਟੀ ਫੈਸਲਾ ਕਰੂ ਵੀ ਉਹ ਪ੍ਰਵਾਨ ਹੈ। ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਤਾ ਪਾਇਆ ਵੀ ਅਸੀਂ ਜਿਹੜੇ ਕਿਸਾਨਾਂ ਦੀ ਜ਼ਮੀਨ ਇਸ ਸੜਕੀ ਪ੍ਰੋਜੈਕਟ ਦੇ ਵਿੱਚ ਆ ਰਹੀ ਹੈ ਅਸੀਂ ਸਾਰੇ ਦਿੱਲੀ ਕਟੜਾ ਐਕਸਪ੍ਰੈਸਵੇ ਨੂੰ ਜ਼ਮੀਨ ਦੇਣ ਤੋਂ ਕੋਰੀ ਨਾ ਕਰਦੇ ਹਾਂ। ਵੈਸੇ ਇੱਕ ਗੱਲ, ਦਿੱਲੀ ਕਟੜਾ ਐਕਸਪ੍ਰੈਸ ਬਣ ਰਿਹਾ, ਸੌਖਾ ਹੋਊ ਦਿੱਲੀ ਜਾਣ ਦਾ, ਸੌਖਾ ਹੋਊ ਦੂਰ ਜਾਣਾ? ਜੇ ਤੁਸੀਂ ਕਹਿੰਦੇ ਹੋ ਕਿ ਇਹ ਸਰਕਾਰ ਧੱਕਾ ਕਰ ਰਹੀ ਹੈ, ਰੋਡ ਤਾਂ ਹੁਣ ਜਿਵੇਂ ਲਾ ਲਓ ਨੈਸ਼ਨਲ ਹਾਈਵੇ ਬਣਾਏ ਨੇ, ਚੌੜੀਆਂ ਸੜਕਾਂ ਦੀ ਜ਼ਰੂਰਤ ਆ, ਤੁਹਾਨੂੰ ਕੀ ਲੱਗਦਾ ਕੀ ਨੁਕਸਾਨ ਆ ਤੁਹਾਨੂੰ ਇਸ ਦਾ? ਕਿਉਂਕਿ ਸਰਕਾਰ ਨੇ ਇੱਕ ਬਣਾਉਣੀਆਂ, ਜੇ ਸਰਕਾਰਾਂ ਨੂੰ ਜ਼ਮੀਨਾਂ ਐਵੇਂ ਨਹੀਂ ਦਿੱਤੀਆਂ ਜਾਣਗੀਆਂ ਤਾਂ ਵੱਡੇ ਰੋਡ ਕਿੱਥੋਂ ਬਣਨਗੇ? ਛੋਟੀਆਂ ਸੜਕਾਂ ਹੀ ਰਹਿ ਜਾਣਗੀਆਂ। ਕੀ ਕਹੋਗੇ? ਇਹਦੇ ਬਾਰੇ ਵੀ ਅਸੀਂ ਪਹਿਲਾਂ ਸਾਰੀ ਜਾਣਕਾਰੀ ਇਕੱਠੀ ਕਰੀ ਹੈ। ਦਿੱਲੀ ਨੂੰ ਜਾਣ ਨੂੰ ਪੰਜਾਬ ਵਿੱਚੋਂ ਆਲਰੇਡੀ 3-4 ਮਾਰਗ ਹੈਗੇ ਨੇ, ਮੁੱਖ ਮਾਰਗ।
ਫਿਰ ਜਦੋਂ 25-26 ਨੂੰ ਸਾਡੀਆਂ ਕਿਸਾਨ ਜਥੇਬੰਦੀਆਂ ਕਿਸਾਨ ਭਰਾ ਸ਼ਾਂਤੀਪੂਰਵਕ ਦਿੱਲੀ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਸਾਡੀਆਂ ਸੜਕਾਂ ਦੇ ਵਿੱਚ ਪੱਥਰ ਤੇ ਟੋਏ ਪੱਟ ਕੇ ਸਾਨੂੰ ਜਾਣ ਤੋਂ ਹਰਾਸ਼ ਕਰਿਆ। ਫਿਰ ਅਸੀਂ ਇਹੋ ਜਿਹੀਆਂ ਸੜਕਾਂ ਤੋਂ ਕੀ ਕਰਨਾ ਜੋ ਸਾਨੂੰ ਸਾਡੇ ਹੱਕ ਮੰਗਣ ਤੋਂ ਹੀ ਰੋਕਦੀਆਂ ਨੇ। ਦੂਸਰੇ ਨੰਬਰ ਤੇ ਜੋ ਇਹ ਸੜਕ ਬਣ ਰਹੀ ਹੈ ਇਸ ਤੇ ਨਾ ਹੀ ਕੋਈ ਸਾਡਾ ਪੰਜਾਬ ਦਾ ਬਸ਼ਿੰਦਾ ਆਪਦਾ ਟਰੈਕਟਰ ਆਪਦੀ ਟਰਾਲੀ ਆਪਦਾ ਮੋਟਰਸਾਈਕਲ ਤੁਰ ਕੇ ਜਾਂ ਸਾਈਕਲ ਤੇ ਜਾਂ ਗੱਡੇ ਰੇੜੇ ਤੇ ਚੜ੍ਹ ਨਹੀਂ ਸਕਦਾ। ਇਹ ਸੜਕਾਂ ਸਿਰਫ ਕਾਰਪੋਰੇਟ ਘਰਾਣਿਆਂ ਵਾਸਤੇ ਬਣ ਰਹੀਆਂ ਨੇ, ਜਿਵੇਂ ਕਿ ਮੋਦੀ ਨੇ ਕਾਲੇ ਕਾਨੂੰਨ ਬਣਾਏ ਨੇ ਉਹਨਾਂ ਦਾ ਹੀ ਇੱਕ ਹਿੱਸਾ ਹੈ। ਉਹ ਇਹ ਸੜਕਾਂ ਉਹਨਾਂ ਨੇ ਜਦੋਂ ਸਾਰੀਆਂ ਜ਼ਮੀਨਾਂ ਤੇ ਕਬਜ਼ਾ ਕਰਕੇ ਉਰੋਂ ਮਾਲ ਦੀ ਢੋਆ ਢਵਾਈ ਕਰਨੀ ਹੈ, ਇਹ ਉਹਨਾਂ ਨੂੰ ਮਦਦ ਕਰਨ ਵਾਸਤੇ ਬਣਾਈ ਜਾ ਰਹੀਆਂ ਨੇ। ਸਾਨੂੰ ਇੱਥੇ ਅਸੀਂ ਜਿੰਨੇ ਵੀ ਕਿਸਾਨ ਬੈਠੇ ਆ ਸਾਡੇ ਚੋਂ ਕੋਈ ਜਣਾ ਦਿੱਲੀ ਜ਼ਿੰਦਗੀ 'ਚ ਇੱਕ ਵਾਰ ਗਿਆ ਜਾਂ 2 ਵਾਰ ਗਿਆ। ਸਾਨੂੰ ਦਿੱਲੀ ਤੱਕ ਇਹੋ ਜਿਹਾ ਕੋਈ ਕੰਮ ਨਹੀਂ ਪੈਂਦਾ ਜਿਸ ਲਈ ਸਾਨੂੰ ਕੋਈ ਜਲਦਬਾਜ਼ੀ ਹੋਵੇ। ਵੈਸੇ ਕਿਸਾਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਜ਼ਮੀਨ ਦੇਣੀ ਆ ਜਾਂ ਨਹੀਂ ਦੇਣੀ? ਕੇਂਦਰ ਦੀ ਸਰਕਾਰ ਦੇ ਪ੍ਰੋਜੈਕਟ ਦੇ ਵਿੱਚ ਸਾਡੀ ਕੋਈ ਸਹਿਮਤੀ ਨਹੀਂ ਲਈ ਗਈ। ਅਸੀਂ ਤਾਂ ਆਪਦੇ ਧਰਨਿਆਂ ਤੇ ਬੈਠੇ ਤੇ ਟੋਲ ਪਲਾਜ਼ਿਆਂ ਤੇ ਰੇਲਵੇ ਸਟੇਸ਼ਨਾਂ ਤੇ ਤੁਸੀਂ ਸਾਰੇ ਰਿਕਾਰਡ ਕਢਾ ਲਓ। ਜਦੋਂ 3A ਤੇ 3D ਆਇਆ ਉਦੋਂ ਪਹਿਲਾਂ ਤਾਂ ਕਰੋਨਾ ਵਾਇਰਸ ਜਿਹੜੀ ਇਹਨਾਂ ਨੇ ਝੂਠੀ ਬਿਮਾਰੀ ਫੈਲਾਈ ਹੈ ਉਹਦੇ ਕਰਕੇ ਲੋਕਡਾਊਨ ਲੱਗਿਆ ਹੋਇਆ ਸੀ। ਉਸ ਤੋਂ ਬਾਅਦ ਅਸੀਂ ਆਪਦੇ ਧਰਨਿਆਂ 'ਚ ਬੈਠੇ ਤੇ ਸਾਡੀ ਕੋਈ ਸਹਿਮਤੀ ਨਹੀਂ, ਕੁਛ ਨਹੀਂ ਹੈਗਾ। ਚੁੱਪ ਚਪੀਤੇ ਇਹਨਾਂ ਦੇ ਅਫਸਰਾਂ ਨੇ ਡਰੋਨਾਂ ਰਾਹੀਂ ਸਾਡੀਆਂ ਜ਼ਮੀਨਾਂ ਦੀ ਸੈਟੇਲਾਈਟਾਂ ਰਾਹੀਂ ਪੈਮਾਇਸ਼ ਕਰਕੇ ਆਪਦੀ ਮਰਜ਼ੀ ਦੇ ਨਾਲ ਰਾਹ ਕੱਢਤਾ, ਜੋ ਸਾਨੂੰ ਬਿਲਕੁਲ ਪ੍ਰਵਾਨ ਨਹੀਂ ਹੈਗਾ। ਅਸੀਂ ਕਿਸੇ ਵੀ ਕੀਮਤ ਤੇ ਇਸ ਨੂੰ ਬੰਨ ਨਹੀਂ ਦੇਵਾਂਗੇ। ਇਹ ਜੋ ਸੈਂਟਰ ਦੀ ਸਰਕਾਰ ਹੈ ਹੁਣੇ ਆਪਦੇ ਅਫਸਰਾਂ ਰਾਹੀਂ ਸਾਡੇ ਪਿੰਡਾਂ ਦੇ ਵਿੱਚ ਸੁਨੇਹੇ ਪਹੁੰਚਾ ਰਹੀ ਹੈ ਵੀ ਅਸੀਂ ਤੁਹਾਡੀ ਜ਼ਮੀਨ ਦਾ 20 ਲੱਖ 40 ਲੱਖ 80 ਲੱਖ 1 ਕਰੋੜ ਕਿੱਲੇ ਦਾ ਰੇਟ ਦੇਵਾਂਗੇ। ਪਰ ਅਸੀਂ ਉਹਨਾਂ ਨੂੰ ਸ਼ੁੱਧ ਪੰਜਾਬੀ ਦੇ ਵਿੱਚ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਦੀ 1 ਇੰਚ ਜ਼ਮੀਨ ਵੀ ਉਹਨਾਂ ਨੂੰ ਬਿਲਕੁਲ ਨਹੀਂ ਮਿਲੇਗੀ ਕਿਸੇ ਕੀਮਤ ਤੇ, ਜਿੰਨਾ ਚਿਰ ਸਾਡੀਆਂ ਕਿਸਾਨ ਜਥੇਬੰਦੀਆਂ ਜੋ ਸਾਡੀ ਅਗਵਾਈ ਕਰਦੀਆਂ ਨੇ, ਜੋ ਸਾਡੇ ਹੱਕਾਂ ਲਈ ਲੜ ਰਹੀਆਂ ਨੇ, ਜਿੰਨਾ ਚਿਰ ਉਹ ਦਿੱਲੀ ਦੇ ਵਿੱਚੋਂ ਆਪਣੀ ਜੰਗ ਜਿੱਤ ਕੇ ਨਹੀਂ ਆਉਂਦੀਆਂ ਤੇ ਜਿੰਨਾ ਚਿਰ ਉਹ ਸਾਡੇ ਵਿੱਚ ਆ ਕੇ ਸਾਨੂੰ ਜੋ ਵੀ ਉਹ ਹੁਕਮ ਦੇਣਗੀਆਂ ਅਸੀਂ ਉਹਨਾਂ ਤੇ ਫੁੱਲ ਚੜਾਵਾਂਗੇ। ਉਹਨਾਂ ਦੀ ਸਹਿਮਤੀ ਤੋਂ ਬਿਨਾਂ ਪੰਜਾਬ ਦੇ ਵਿੱਚ ਕੋਈ ਸੈਂਟਰ ਦਾ ਪ੍ਰੋਜੈਕਟ ਲਾਗੂ ਨਹੀਂ ਹੋਊਗਾ। ਵੈਸੇ ਜ਼ਮੀਨ ਦਾ ਰੇਟ ਕਿੰਨਾ ਕੁ ਦੇ ਰਹੇ ਨੇ? ਜੋ ਸਾਡੇ ਉਰੇ ਇਹਨਾਂ ਨੇ ਰੇਟ ਕੱਢਿਆ, ਸੰਤੋਖਪੁਰਾ ਪਿੰਡ ਹੈ, ਇਹ ਮੇਰਾ ਵੱਡਾ ਭਾਈ ਹੈ, ਇਹਨਾਂ ਦੀ ਜ਼ਮੀਨ ਵੀ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਦਾ ਅਵਾਰਡ ਜੋ ਉਹਨਾਂ ਨੇ ਇਸ਼ੂ ਕਰਿਆ ਉਹਦੇ ਵਿੱਚ ਉਹਨਾਂ ਨੇ 9,57,206 ਰੁਪਏ ਪ੍ਰਤੀ ਏਕੜ ਦੀ ਕੀਮਤ ਪਾਈ ਹੈ। ਅਸੀਂ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਵੀ ਇਹ ਕੀਮਤ ਤੁਸੀਂ ਕਿਸ ਬੇਸ ਤੇ ਪਾਈ ਹੈ। ਉਹ ਕਹਿੰਦੇ ਨੇ ਕਲੈਕਟਰ ਰੇਟ ਹੈ ਜਾਂ ਮਾਰਕੀਟ ਰੇਟ ਹੈ। ਜਿਵੇਂ ਤੁਹਾਨੂੰ ਵੀ ਪਤਾ ਵੀ ਪੰਜਾਬ ਦੇ ਵਿੱਚ ਮਾਰਕੀਟ ਦਾ ਕੀ ਰੇਟ ਹੈ ਤੇ ਰਜਿਸਟਰੀ ਕੀ ਰੇਟ ਹੁੰਦੀ ਹੈ। ਕਿਸਾਨ ਸਾਡੀਆਂ ਦਾ ਜੱਦੀ ਪੁਸ਼ਤੀ ਜ਼ਮੀਨਾਂ ਨੇ, ਸਾਨੂੰ ਕਲੈਕਟਰ ਰੇਟਾਂ ਤੱਕ ਕੋਈ ਮਤਲਬ ਹੀ ਨਹੀਂ ਸੀ। ਦੂਜੇ ਨੰਬਰ ਤੇ ਅਸੀਂ ਪ੍ਰਸ਼ਾਸਨ ਨੂੰ ਜਦੋਂ ਕੋਰੀ ਨਾ ਹੀ ਕਰ ਚੁੱਕੇ ਹਾਂ ਫਿਰ ਸਾਡੇ ਨਾਲ ਇਹ ਕਿਉਂ ਬੇਈਮਾਨੀ ਕੀਤੀ ਜਾ ਰਹੀ ਹੈ ਵੀ ਉਹ ਸਾਡੇ ਨੋਟੀਫਿਕੇਸ਼ਨ ਕਢਾ ਰਹੇ ਨੇ ਰੇਟਾਂ ਦੇ। ਅਸੀਂ ਆਪਦੀ ਜ਼ਮੀਨ ਦਾ 1 ਇੰਚ ਵੀ ਕਿਸੇ ਨੂੰ ਨਹੀਂ ਦੇਣਾ। ਜ਼ਮੀਨ ਸਾਡੀ ਮਾਂ ਹੈ। ਜਦੋਂ ਸਾਡੇ ਅਸਲ ਮਾਂ-ਬਾਪ ਮਰ ਜਾਂਦੇ ਨੇ ਨਾ ਤਾਂ ਜੋ ਜ਼ਮੀਨ ਸਾਡੇ ਪੱਲੇ ਰਹਿ ਜਾਂਦੀ ਹੈ ਉਹ ਸਾਨੂੰ ਰੋਟੀ ਦਿੰਦੀ ਆ। ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਵਾਸਤੇ ਉਹ ਇੱਕ ਕਮਾਈ ਦਾ ਵੀ ਸਾਧਨ ਹੈ, ਇੱਜ਼ਤ ਦਾ ਵੀ ਸਾਧਨ ਹੈ। ਇਹ ਸਾਡੀ ਇੱਜ਼ਤ ਨਾਲ ਖਿਲਵਾੜ ਹੋ ਰਿਹਾ। ਇਹ ਸਾਨੂੰ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਪੈਸੇ ਦੇ ਕੇ ਤੁਹਾਡੀ ਲਿਵਿੰਗ ਸਟੈਂਡਰਡ ਤੁਹਾਡਾ ਜੀਣ ਦਾ ਪੱਧਰ ਉੱਚਾ ਚੱਕ ਦਾਂਗੇ, ਪਰ ਅਸੀਂ ਉਸ ਜੀਵਨ ਪੱਧਰ ਨੂੰ ਉੱਚਾ ਜਦੋਂ ਸਾਨੇ ਆਪਦੀ ਮਾਂ ਆਪਦੇ ਹੱਥੋਂ ਖੁੰਝਾ ਲਈ। ਤੁਸੀਂ ਆਪ ਦੇਖੋ ਜੀ, ਤੁਸੀਂ ਵੀ ਇੱਕ ਕਿਸਾਨ ਦੇ ਪੁੱਤੋਂ, ਸਾਡਾ ਜ਼ਮੀਨ ਦਾ ਜਿਉਣ ਦਾ ਪੱਧਰ ਉੱਚਾ ਜਾਊ ਜਾਂ ਨੀਵਾਂ ਜਾਊਗਾ। ਸਾਡੇ ਨਾਲ ਤਾਂ ਇਹ ਨਾ ਇਨਸਾਫੀ ਹੋ ਰਹੀ ਹੈ। ਕਿਤੇ ਤਾਂ ਅਸੀਂ ਦਿੱਲੀ ਦੇ ਵਿੱਚ ਵੱਧ ਚੜ੍ਹ ਕੇ ਜਾਣਾ ਸੀ, ਕਿਤੇ ਸਾਨੂੰ ਉਰੇ ਸੜਕਾਂ ਤੇ ਬੈਠਣ ਲਈ ਮਜਬੂਰ ਕਰਤਾ। ਸਾਨੂੰ ਤਾਂ ਹੁਣ ਇਹ ਲੱਗ ਰਿਹਾ, ਜੋ ਸਾਨੂੰ ਪਤਾ ਲੱਗ ਰਿਹਾ ਰਿਪੋਰਟਾਂ, ਵੀ ਦਿੱਲੀ ਦੇ ਜੋ ਸੰਘਰਸ਼ ਤੋਂ ਜੋ ਇਕੱਠ ਤੋਂ ਸੈਂਟਰ ਸਰਕਾਰ ਡਰ ਗਈ ਤੇ ਉਹਨੇ ਇੱਕ ਚਾਲ ਚੱਲੀ ਹੈ ਵੀ ਉੱਥੇ ਜੋ ਦਿਨ ਪਰ ਦਿਨ ਇਕੱਠ ਵੱਧ ਰਿਹਾ ਉਸ ਨੂੰ ਘਟਾਉਣ ਦੇ ਲਈ ਉਹਨਾਂ ਨੇ ਦਫ਼ਤਰੀ ਕਾਰਵਾਈਆਂ ਤੇਜ਼ ਕਰਤੀਆਂ। ਅਸੀਂ ਪੰਜਾਬ ਸਰਕਾਰ ਨੂੰ, ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਬੇਨਤੀਆਂ ਕਰ ਚੁੱਕੇ ਹਾਂ ਵੀ ਜੇ ਤੁਸੀਂ ਸਾਡੇ ਸੱਚਮੁੱਚ ਸਾਡੇ ਹੱਕਾਂ ਲਈ ਹਾਂ ਦਾ ਨਾਅਰਾ ਮਾਰਿਆ ਤਾਂ ਤੁਸੀਂ ਕਿਉਂ ਨਹੀਂ ਇਸ ਕਾਰਵਾਈ ਨੂੰ ਠੱਪ ਕਰਦੇ? ਕੀ ਲੋੜ ਹੈ ਪੰਜਾਬ ਨੂੰ ਹਜੇ ਇੰਨੀ ਜਲਦੀ ਵੀ ਜੋ ਦਿੱਲੀ ਨੂੰ ਆਪਾਂ ਕਟੜੇ ਨੂੰ ਸੜਕ ਬਣਾਉਣੀ ਹੈ? ਜੇ ਸੜਕ ਬਣਾਉਣੀ ਵੀ ਹੈ ਤਾਂ ਸਾਡੀਆਂ 32 ਕਿਸਾਨ ਜਥੇਬੰਦੀਆਂ ਨੇ ਜੋ ਪੰਜਾਬ ਦੀਆਂ ਨੇ, ਅਸੀਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ 1 ਇੰਚ ਵੀ ਗੱਲ ਵੀ ਉਹਨਾਂ ਤੋਂ ਪਰਾਂ ਹੋ ਕੇ ਕਰ ਸਕਦੇ। ਸਾਡੇ ਹੱਕਾਂ ਦੇ ਸਹੀ ਰਖਵਾਲੇ ਉਹ ਨੇ। ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਨੇ, ਸਾਰੀਆਂ ਹੀ ਪਾਰਟੀਆਂ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਆਮ ਲੋਕਾਂ ਨੂੰ ਠੱਗਣ ਤੇ ਲੁੱਟਣ ਤੇ ਗੁੰਮਰਾਹ ਕਰਨ ਲੱਗੀਆਂ ਹੋਈਆਂ। ਸੋ ਦਿੱਲੀ ਕਟੜਾ ਐਕਸਪ੍ਰੈਸ ਕਿਸਾਨ ਵਿਰੋਧੀ ਸੰਘਰਸ਼ ਕਮੇਟੀ ਬਣੀਆਂ। ਉਹਨਾਂ ਨੇ ਕਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸ਼ਰੇਆਮ ਧੱਕਾ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਤੋਂ ਬਹੁਤ ਹੀ ਸਸਤੇ ਰੇਟਾਂ ਤੇ ਜ਼ਮੀਨ ਖਰੀਦੀ ਜਾ ਰਹੀ ਆ, ਪਰ ਅਸੀਂ ਮਹਿੰਗੇ ਰੇਟਾਂ ਤੇ ਵੀ ਨਹੀਂ ਦੇਣਾ ਚਾਹੁੰਦੇ, ਪਰ ਸਾਤੋਂ ਸਸਤੇ ਰੇਟਾਂ ਤੇ ਧੱਕੇਸ਼ਾਹੀ ਕੀਤੀ ਜਾ ਰਹੀ ਆ। ਸਾਡੇ ਨਾਲ ਕਿਸਾਨ ਮੌਜੂਦ ਨੇ ਜਿਨ੍ਹਾਂ ਨੂੰ ਉਹਨਾਂ ਨੇ ਨੋਟਿਸ ਵੀ ਕੱਢਿਆ ਕਿ ਤੁਹਾਡੀ ਜ਼ਮੀਨ ਅਸੀਂ ਲੈਣੀ ਆ ਤਾਂ ਲੈਣੀ ਆ। ਕਰਦੇ ਹਾਂ ਗੱਲਬਾਤ। ਹਾਂਜੀ ਵੀਰ ਜੀ, ਕੀ ਨਾਮ ਆ ਆਪਣਾ? ਮੈਂ ਜਗਵਿੰਦਰ ਸਿੰਘ, ਪਿੰਡ ਸੰਦੋਖਪੁਰਾ। ਠੀਕ ਹੈ ਜੀ। ਮੈਂ ਪਹਿਲਾਂ 2015 ਚੋਂ ਇਸ ਚੀਜ਼ ਦਾ ਅਫੈਕਟਡ ਆ। ਮੇਰਾ ਪਿੰਡ ਬਡਰੁੱਖਾਂ ਸੀ, ਅਸੀਂ ਉੱਥੇ
ਰੋਡ ਦੇ ਵਿੱਚ ਜ਼ਮੀਨ ਅਕਵਾਇਰ ਹੋ ਗਈ, ਉੱਥੋਂ ਉੱਜੜ ਕੇ ਸੰਤੋਖਪੁਰੇ ਆ ਕੇ ਵਸਣ ਲੱਗੇ। ਹੁਣ ਇੱਥੋਂ ਇਹਨਾਂ ਦੀ ਸਰਕਾਰ ਦੀ ਧੱਕੇਸ਼ਾਹੀ ਨਾਲ ਦੁਬਾਰੇ ਜਾੜੇ ਜਾ ਰਹੇ ਆ। ਜ਼ਿਮੀਂਦਾਰਾ ਕੀ ਕਰੂਗਾ, ਥਾਂ ਥਾਂ ਆਪਦਾ ਬਸੇਰਾ ਕਿੱਥੇ ਕਰੂਗਾ? ਇਹਦਾ 4 ਸਾਲਾਂ ਬਾਅਦ 5 ਸਾਲਾਂ ਬਾਅਦ ਹਮਲਾ ਕਰ ਦਿੰਦੇ ਆ ਕਿ ਸੈਂਟਰ ਸਰਕਾਰ ਤਾਂ ਸਾਨੂੰ ਮਾਰੇ ਰਹੀ ਹੈ, ਲੇਕਿਨ ਪੰਜਾਬ ਸਰਕਾਰ ਸਾਨੂੰ ਲੁੱਟ ਰਹੀ ਹੈ। ਉਹਦੀ ਲੁੱਟ ਦੀਆਂ ਕਾਪੀਆਂ ਮੇਰੇ ਕੋਲ ਨੇ। ਜਗਵਿੰਦਰ ਜੀ ਕਿੰਨੀ ਜ਼ਮੀਨ ਆਈ ਆ ਆਪਣੀ ਉਹਦੇ ਵਿੱਚ ਰੋਡ 5 ਏਕੜ ਜ਼ਮੀਨ ਆ ਗਈ ਮੇਰੀ ਵਿੱਚ। ਤੇ ਉਹਦਾ ਕੀ ਪੈਸੇ ਕੀ ਦੇ ਰਹੇ ਨੇ, ਕੀ ਤੁਹਾਨੂੰ ਮਤਲਬ ਨੋਟਿਸ ਕੱਢਿਆ ਉਹਨਾਂ ਨੇ? 1 ਏਕੜ ਦੇ 9,57,206 ਰੁਪਏ ਨੇ, ਜਿਸ ਦੇ ਲੁੱਟ ਖਸੁੱਟ 'ਚ ਅਸੀਂ ਸਾਡੇ MP ਵਿਜੇਂਦਰ ਸਿੰਗਲਾ ਜੀ ਕੋਲ ਗਏ। ਉਹਨਾਂ ਕੋਲੇ ਅਸੀਂ ਜਾ ਕੇ ਅਪੀਲ ਕੀਤੀ ਵੀ ਸਾਡੇ ਬਹੁਤ ਮਾਰਾ ਹੋ ਰਹੀਆਂ ਨੇ, ਸਾਡੀ ਹੈਲਪ ਕਰੋ। ਕੁਝ ਦਿਨ ਤਾਂ ਸਾਨੂੰ ਉਹ ਲੋਲੀਪੌਪ ਦੇ ਕੇ ਮੋੜਦੇ ਰਹੇ, ਲੇਕਿਨ ਅੰਤ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਵੀ ਜੋ ਸੋਤੋਂ ਹੁੰਦਾ ਕਰ ਲਓ, ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ। ਸਾਨੂੰ ਇਦਾਂ ਦੇ ਖਰੇ ਜਵਾਬ ਦੇ ਕੇ ਸਾਡੀ ਨਿੰਦਿਆ ਬੇਇੱਜ਼ਤੀ ਕਰਕੇ ਮੋੜ ਦਿੰਦੇ ਆ। ਦੱਸੋ ਅਸੀਂ ਕਿੱਥੇ ਜਾਈਏ? ਸਾਡੇ ਕੋਲੇ ਜਾਣ ਲਈ ਇੱਕ ਰੋਡ ਬਚਿਆ ਸੀ, ਇੱਥੋਂ ਰੋਡ ਨਹੀਂ ਕ੍ਰੋਸ ਹੁੰਦਾ। ਅਸੀਂ ਇੱਥੇ ਦੇ ਕੇ ਧਰਨਾ ਲਾਇਆ ਵੀ ਅਸੀਂ ਜ਼ਮੀਨ ਦੇਣੀ ਨਹੀਂ ਤਾਂ ਇੰਚ ਵੀ ਨਹੀਂ ਦੇਣੀ, ਮਰ ਜਾਾਂਗੇ ਪਰ ਜ਼ਮੀਨ ਨਹੀਂ ਦੇਵਾਂਗੇ। ਵੈਸੇ ਦਿੱਲੀ ਕਟੜਾ ਜੋ ਐਕਸਪ੍ਰੈਸ ਬਣ ਰਿਹਾ, ਕੀ ਬੁਰਜੀਆਂ ਲੱਗ ਗਈਆਂ ਉਹਨਾਂ ਨੇ ਜ਼ਮੀਨ 'ਚ? ਕੋਈ ਮਤਲਬ ਕਰੀ ਆ ਪਮੈਸ਼ ਵਗੈਰਾ? ਬੁਰਜੀਆਂ ਵੀ ਲੱਗ ਗਈਆਂ। ਬੁਰਜੀਆਂ ਦੇ ਨਾਲ ਇਹ ਵੱਡੇ ਘਰਾਨਿਆਂ ਦੇ ਠੇਕੇਦਾਰ ਗੇੜੇ ਦੇਣ ਲੱਗ ਗਏ। ਚੋਰੀਆਂ ਡਰੋਨ ਲੈ ਕੇ ਉਹ ਜ਼ਮੀਨ ਦੇ ਉਹ ਚੱਕਦੇ ਨੇਗੇ, ਮਿੱਟੀ ਦੇ ਸੈਂਪਲ ਲੈ ਜਾਂਦੇ ਨੇ, ਸੈਂਪਲਾਂ ਨਾਲ ਇਹ ਚੈੱਕ ਕਰਦੇ ਨੇ ਵੀ ਅਸੀਂ ਟੈਂਡਰ ਕਿਹਨੂੰ ਦੇਣਾ ਹੈ। ਇਹ ਵੱਡੇ ਘਰਾਨਿਆਂ ਦੇ ਰਿਸ਼ਤੇਦਾਰ ਨੇ, ਆਪਣੇ ਰਿਸ਼ਤੇਦਾਰਾਂ ਨੂੰ ਟੈਂਡਰ ਦਿੰਦੇ ਨੇ। ਬੁਰਜੀਆਂ ਦੀ ਕੀ ਲੋੜ ਹੈ? ਅਵਾਰਡ ਹੀ ਕੱਢਤਾ ਇਹਨਾਂ ਨੇ। ਦੇਖੋ ਸਰਕਾਰੀ ਸਰਟੀਫਾਈਡ ਕਾਪੀਆਂ ਨੇ। ਇਹ 1600 ਰੁਪਇਆ ਲਾ ਕੇ ਕਾਪੀ ਪ੍ਰਾਪਤ ਹੋਈ ਹੈਗੀ। ਮਾੜਾ ਬੰਦਾ ਅਵਾਰਡ ਨਹੀਂ ਕਢਾਉਂਦਾ, ਹਰੇਕ ਬੰਦੇ ਨੂੰ ਇਹਦੀ ਨੌਲੇਜ ਨਹੀਂ ਹੈਗੀ। ਇਹ ਸਰਕਾਰਾਂ ਅੰਦਰ ਬੈਠੀਆਂ, ਕਮਰੇ 'ਚ ਬੈਠੀਆਂ ਲੁੱਟਦੀਆਂ ਨੇ। ਜਗਵਿੰਦਰ ਜੀ ਰੇਟ ਦਿਖਾਓ, ਕਿੱਥੇ ਰੇਟ ਲਿਖਿਆ ਇਹਨਾਂ ਨੇ ਕਿੱਲੇ ਦਾ? ਜੋ ਤੁਸੀਂ ਏਕੜ ਦਾ ਕਹਿੰਦੇ ਹੋ ਕਿ ਤਕਰੀਬਨ 9.5 ਲੱਖ ਦੇ ਰਹੇ ਨੇ, ਪਰ ਸਰਕਾਰਾਂ ਕਹਿ ਰਹੀਆਂ ਨੇ ਕਿਉਂਕਿ ਰੇਟ ਜੋ ਦੇਣਾ ਸੀ ਵੀ 25 ਲੱਖ ਤੋਂ 50 ਲੱਖ ਤੱਕ ਦੇਣਾ, ਐਵੇਂ ਦੀ ਕੋਈ ਇੱਕ ਗੱਲਬਾਤ ਹੋਈ ਸੀ। ਕਿੱਥੇ ਦੇਖੋ ਜੀ, ਹਾਂਜੀ 9 ਲੱਖ 9,67,000 10,000 ਰੁਪਏ ਇਹਨਾਂ ਨੇ ਵਿਆਜ ਦਿੱਤਾ 187 ਦਿਨਾਂ ਦਾ। 9,67,000 ਬਣਦਾ, 9,67,000 ਬਣਾਇਆ, 187 ਦਿਨਾਂ ਦਾ 10,000 ਵਿਆਜ ਦਿੱਤਾ ਇਹਨਾਂ ਨੇ ਸਾਨੂੰ। ਓਕੇ, ਹੁਣ ਤੁਹਾਨੂੰ ਕਹਿ ਰਹੇ ਨੇ ਕਿ ਅਸੀਂ ਜ਼ਮੀਨ ਇਨਕੁਆਇਰ ਕਰਨੀ ਆ ਤੇ ਤੁਹਾਡੀ ਫਸਲ ਬੀਜੀ ਵੀ ਹੋਣੀ ਉੱਥੇ? ਅਕਵਾਇਰ ਤਾਂ ਕਰਨੀ ਆ, ਲੇਕਿਨ ਠੱਗੀ ਨਾਲ ਕਰਨੀ ਆ। ਅਸੀਂ 1 ਤਰੀਕ ਨੂੰ DC ਸਾਹਿਬ ਦੇ ਧਰਨਾ ਦਿੱਤਾ ਸੀ। ਉਸ ਧਰਨੇ 'ਚ ਸਾਡਾ ਇੱਕੋ ਹੀ ਮੰਗ ਪੱਤਰ ਸੀਗਾ ਵੀ ਜਿੰਨਾ ਟਾਈਮ ਸਾਡਾ ਦਿੱਲੀ ਸੰਘਰਸ਼ ਚੱਲਦਾ ਹੈ, ਸਾਡੇ ਭਰਾ ਉੱਥੇ ਨੇ, ਸਾਡੇ ਘਰਾਂ 'ਚ ਬੁੜੀਆਂ ਨੇਗੀਆਂ, ਅਸੀਂ ਕੁਝ ਕਰ ਨਹੀਂ ਸਕਦੇ। ਸਾਨੂੰ ਉਹਨੇ ਦਿਨਾਂ ਲਈ ਡਿਲੇ ਕਰਿਆ ਜਾਵੇ, ਸਾਡੇ ਕੰਮ ਬੰਦ ਕਰੇ ਜਾਣ। ਅਸੀਂ ਆਪਦੀ ਦਿੱਲੀ ਦੀ ਜੰਗ ਜਿੱਤ ਕੇ ਦੁਬਾਰੇ ਫਿਰ ਸਾਡੀਆਂ ਕਮੇਟੀਆਂ ਉਰੇ, ਸਾਡੇ ਭਰਾ ਵਾਪਸ ਆ ਜਾਣਗੇ, ਅਸੀਂ ਫੈਸਲਾ ਫਿਰ ਲੈਂਦੇ ਹੋਵਾਂਗੇ। ਇਹਨਾਂ ਨੇ ਸਾਨੂੰ ਭਰੋਸਾ ਦੇ ਕੇ ਮੋੜਤਾ ਵੀ ਤੁਹਾਡਾ ਕੰਮ ਬੰਦ ਕਰਤਾ, ਲੇਕਿਨ 7 ਤਰੀਕ ਦੀ ਮੀਟਿੰਗ ਇਹਨਾਂ ਨੇ ਫੇਰ ਰੱਖੀ, ਸੰਗਰੂਰ ਬੁਲਾ ਲਏ। ਦੇਖੋ ਇੱਕ ਪਾਸੇ ਸਾਨੂੰ ਬੰਦ ਕਰਾਤਾ, 7 ਤਰੀਕ ਨੂੰ ਇਹਨਾਂ ਨੇ ਫੇਰ ਮੀਟਿੰਗ ਰੱਖ ਲਈ। ਸਾਡੇ ਕੁਝ ਨੌਜਵਾਨ ਉੱਥੇ ਪਹੁੰਚੇ ਮੀਟਿੰਗ 'ਚ, ਮਗਰੋਂ ਇਹਨਾਂ ਦੇ SDM ਪਿੰਡ 'ਚ ਆ ਕੇ ਲੌਸਮੈਂਟ ਕਰਾਉਂਦੇ ਨੇ ਵੀ ਤੁਸੀਂ ਫਸਲ ਨੂੰ ਪਾਣੀ ਨਹੀਂ ਲਾਉਣਾ, ਫਸਲ ਨਹੀਂ ਬੀਜਣੀ, ਜੇ ਕੋਈ ਫਸਲ ਬੀਜੂਗਾ ਉਹਦਾ ਮੁਆਵਜ਼ਾ ਨਹੀਂ ਦਿੱਤਾ ਜਾਊਗਾ, ਅਸੀਂ ਅਕਵਾਇਰ ਕਰਨੀ ਆ। ਇਹ ਦੋਗਲੀਆਂ ਨੀਤੀਆਂ ਖੇਡ ਰਹੀ ਹੈ ਪੰਜਾਬ ਗੌਰਮੈਂਟ। ਸਰ ਇੱਥੇ ਤਾਂ ਪਤਾ ਲੱਗਦਾ ਵੀ ਲੁੱਟਣ ਵਾਲੀ ਸਾਨੂੰ ਪੰਜਾਬ ਗੌਰਮੈਂਟ ਹੈ, ਮਾਰਨ ਵਾਲੀ ਸੈਂਟਰ ਗੌਰਮੈਂਟ ਹੈ। ਸੋ ਜਗਵਿੰਦਰ ਸਿੰਘ ਸੰਤੋਖਪੁਰਾ ਕਹਿ ਰਹੇ ਨੇ ਕਿ ਸਾਡੇ ਨਾਲ ਧੋਖਾ ਕੀਤਾ ਜਾ ਰਿਹਾ, ਬਹੁਤ ਸਸਤੇ ਰੇਟਾਂ ਤੇ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਨੇ। ਇਹਨਾਂ ਨੇ ਦੱਸਿਆ ਕਿ ਪ੍ਰਤੀ ਏਕੜ 9.5 ਲੱਖ ਰੁਪਈਆ ਤਕਰੀਬਨ ਜ਼ਮੀਨ ਦੀ ਖਰੀਦ ਕਰ ਰਹੇ ਨੇ। ਸਾਡੇ ਨਾਲ ਪੂਰੀ ਲੁੱਟ ਹੋ ਰਹੀ ਆ। ਤੁਹਾਨੂੰ ਦੱਸ ਦਈਏ ਕਿ ਭਵਾਨੀਗੜ੍ਹ ਦੇ ਨਾਲ ਰੋਸ਼ਨਵਾਲਾ ਪਿੰਡਾ, ਉਸ ਦੇ ਨਾਲ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਸੰਘਰਸ਼ ਕਮੇਟੀ ਨੇ। ਉਹਨਾਂ ਨੇ ਕਿਹਾ ਕਿ ਸਾਡੇ ਨਾਲ ਸ਼ਰੇਆਮ ਲੁੱਟ ਹੋ ਰਹੀ ਆ। ਸਾਡੇ ਨਾਲ ਕਿਸਾਨ ਆਗੂ ਜੋਗਾ ਸਿੰਘ ਫੱਗੂਵਾਲਾ ਮੌਜੂਦ ਨੇ। ਫੱਗੂਵਾਲਾ ਸਾਹਿਬ ਕੀ ਕਹੋਗੇ, ਕਿੰਨਾ ਕੁ ਧੱਕਾ ਕਰ ਰਹੀ ਆ ਗੌਰਮੈਂਟ? ਪਹਿਲਾਂ ਤਾਂ ਅਸੀਂ ਨਿਊ ਪੰਜਾਬ ਚੈਨਲ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ, ਸਾਡੇ ਵਿੱਚ ਆਏ ਨੇ। ਇਹ ਧਰਨਾ ਅਸੀਂ ਅੱਜ ਤੀਜਾ ਦਿਨ ਹੈ, ਇਹ ਅੱਕ ਕੇ ਸ਼ੁਰੂ ਕੀਤਾ ਹੈ, ਕਿਉਂਕਿ ਜਿਵੇਂ ਤੁਸੀਂ ਪੁੱਛਿਆ ਨਾ ਵੀ ਪਹਿਲਾਂ ਸੜਕਾਂ ਬਣਦੀਆਂ ਨੇ ਜਾਂ ਡਿਵੈਲਪਮੈਂਟ ਹੁੰਦੀ ਹੈ, ਅਸੀਂ ਇਹੋ ਜਿਹੀ ਡਿਵੈਲਪਮੈਂਟ ਕੀ ਕਰਨੀ ਹੈ। ਪਹਿਲਾਂ ਜਿੰਨੇ ਪ੍ਰਪੋਜ਼ਲ ਬਣੇ ਹੋਏ ਨੇ ਆਜ਼ਾਦੀ ਤੋਂ ਬਾਅਦ, ਉਦੋਂ ਬਾਅਦ ਮੁਰੱਬੇਬੰਦੀਆਂ ਹੋਈਆਂ ਹੋਈਆਂ ਨੇ, ਸੜਕਾਂ ਬਣੀਆਂ ਨੇ, ਰਸਤੇ ਬਣੇ ਹੋਏ ਨੇ। ਹੁਣ ਇਹ ਜਿਹੜੀ ਇਹ ਸੜਕ ਥੋਪੀ ਜਾ ਰਹੀ ਹੈ, ਇਹਨੂੰ ਕੋਈ ਰਸਤਾ ਨਹੀਂ। ਸਾਡੇ ਜਿਹੜੇ ਖੇਤ ਨੂੰ ਰਸਤਾ ਜਾਂਦਾ ਉਹਨੂੰ 4-5 ਕਿੱਲਿਆਂ ਦਾ ਉਹਦੇ 'ਚ ਕਾਟ ਪੈ ਰਹੀ ਹੈ, ਮੁੜ ਕੇ ਉਹਦੇ ਰਸਤੇ ਦੀ ਕੋਈ ਪ੍ਰਪੋਜ਼ਲ ਨਹੀਂ ਬਣਨੀ। ਸਾਰੀ ਹੈਰਾਨਗੀ ਹੋਊਗੀ। ਇਹ ਨਵੀਂ ਸੜਕ ਹੈ ਜਿਹੜੀ, ਇਹ ਡਿਵੈਲਪਮੈਂਟ ਵਾਸਤੇ ਨਹੀਂ ਬਣ ਰਹੀ। ਇਹ ਤਾਂ ਜਿਹੜੇ ਦਿੱਲੀ ਦਾ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਉਹਨੂੰ ਕਮਜ਼ੋਰ ਕਰਨ ਵਾਸਤੇ ਇੱਕ ਸਬੂਤ ਮਿਲ ਗਿਆ ਸਾਨੂੰ ਵੀ ਜਿਹੜੀ ਉਹ ਸੜਕ ਉਹਨਾਂ ਵਾਸਤੇ ਬਣ ਰਹੀ ਹੈ। ਉਹ ਇਕੱਲੇ ਇਸ ਨਹੀਂ ਖੜਨਾ, ਸਮਝੌਤੇ 'ਚ ਨਹੀਂ ਖੜਨਾ। ਉਹਨਾਂ ਨੇ ਜ਼ਮੀਨਾਂ ਲੈ ਕੇ ਆਪ ਖੇਤੀ ਕਰਨੀ ਹੈ। ਇੱਥੋਂ ਜਿਹੜੇ ਆਪ ਜਨਸਾ ਪੈਦਾ ਕਰਕੇ ਉਹਨਾਂ ਦੇ ਸਿੱਧੀਆਂ ਦਿੱਲੀ ਜਾਣਗੀਆਂ। ਜਿਹੜਾ ਸਾਨੂੰ ਫਾਇਦੇ ਦੀ ਗੱਲ ਕਰਦੇ ਹੋ, ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ। ਸਾਡਾ ਇਹਦੇ ਟਰੈਕਟਰ ਨਹੀਂ ਜਾਣਾ। ਜ਼ਮੀਨਾਂ ਸਾਰਿਆਂ ਦੀਆਂ ਟੇਢੀ ਜਾਣ ਕਰਕੇ ਅੱਧ ਵਿਚਾਲੋਂ ਵੱਢੀਆਂ ਜਾ ਰਹੀਆਂ ਨੇ।
ਫਗਵਾੜਾ ਸਾਹਿਬ ਪਹਿਲਾਂ ਨੈਸ਼ਨਲ ਹਾਈਵੇ ਬਣਿਆ ਚੰਡੀਗੜ੍ਹ ਬਠਿੰਡਾ ਤੁਹਾਡੇ ਕੋਲ ਦੀ ਲੰਘਦਾ, ਜਾਨੀ ਕਿ 2-2 ਕਰੋੜ ਰੁਪਈਆ ਇੱਕ ਏਕੜ ਦਾ ਮਿਲਿਆ ਜਾਂ 1.5 ਕਰੋੜ ਮਿਲਿਆ। ਉੱਥੇ ਕਿਤੇ ਨਾ ਕਿਤੇ ਫਿਰ ਵੀ ਕਿਸਾਨ ਥੋੜੇ ਬਹੁਤੇ ਸੰਤੁਸ਼ਟ ਹੁੰਦੇ ਤੇ ਵੀ ਚਲੋ ਸਾਨੂੰ ਕੁਛ ਨਾ ਕੁਛ ਮਿਲਿਆ, ਪਰ ਇਹ 9.5 ਲੱਖ ਵਾਲੀ ਗੱਲ ਤੁਸੀਂ ਕਿਵੇਂ ਕਹਿ ਰਹੇ ਹੋ ਜਾਂ ਕਿਸਾਨ ਆਗੂ ਕਿਵੇਂ ਕਹਿ ਰਹੇ ਨੇ? ਜਿੱਥੇ ਅਸੀਂ ਖੜੇ ਹਾਂ ਇੱਥੇ ਸਾਡੀ ਪੰਚਾਇਤ ਦੀ ਫੱਗੂ ਵਾਲੀ ਜ਼ਮੀਨ ਵੀ ਆਈ ਹੈ, ਜਾਂ ਥੋੜਾ ਮੋਟਾ ਸੂਏ ਦਾ ਥਾਂ ਸੀ ਉਹ ਕਰੋੜਾਂ 'ਚ ਮਿਲਿਆ, ਕਰੋੜਾਂ 'ਚ ਪੈਸਾ ਮਿਲਿਆ। ਉਹਦੇ ਨਾਲ ਕੋਈ ਵਸੇਬਾ ਵੀ ਹੋ ਸਕਦਾ, ਜਿਹੜਾ ਕੀਮਤ ਵੱਧ ਮਿਲੂਗੀ ਪਹਿਲਾਂ ਉਜਾੜਾ ਹੋਊਗਾ ਫਿਰ ਹੀ ਕਿਤੇ ਵੱਧ ਜ਼ਮੀਨ ਲਊਗਾ ਤਾਂ ਹੀ ਜਾਊਗਾ ਅਗਲਾ। ਨਹੀਂ ਤਾਂ ਇੱਥੇ ਸਾਡੇ ਪਿੰਡ ਦੀ ਜ਼ਮੀਨ ਸਾਨੂੰ 2 ਕਿੱਲੇ ਬਹੁਤ ਨੇ, 4 ਕਿੱਲੇ ਬਹੁਤ ਨੇ, ਜਾਂ ਸਾਰੀ ਕਿਸੇ ਦੀ ਆ ਨਹੀਂ ਰਹੀ। ਜਿਹੜੇ 4 ਕਿੱਲੇ 'ਚੋਂ 2 ਕਿੱਲੇ ਗਏ ਉਹ ਤਾਂ ਖਤਮ ਹੋ ਗਿਆ ਨਾ ਇੱਥੇ ਰਹਿਣ ਜੋਗਰਾ ਨਾ ਕਿਤੇ ਹੋਰ ਲੈਣ ਜੋਗਰਾ। ਇਹ ਜਿਹੜੀ ਕਲੈਕਟਰ ਰੇਟ ਤਾਂ ਜਦੋਂ ਇਹ ਹੋਇਆ ਨਾ 1,80,000 ਮਿਲਿਆ ਸੀ ਪਹਿਲਾਂ ਇੱਥੇ ਦਾ, 1 ਕਰੋੜ 80 ਲੱਖ 1 ਕਰੋੜ 80 ਲੱਖ। ਇਹ ਉਸ ਤੋਂ ਬਾਅਦ ਮੋਦੀ ਸਰਕਾਰ ਨੇ ਨਾਲ ਦੀ ਨਾਲ ਕਲੈਕਟਰ ਰੇਟ ਅੱਧੇ ਕਰਤੇ। ਸਾਡੇ ਪਿੰਡ ਦਾ 18 ਲੱਖ ਸੀ 9 ਲੱਖ ਕਰਤਾ। ਹੁਣ 9 ਲੱਖ ਨੇ ਦੇਖੀ ਜਾਂਦੇ ਨੇ ਇਹ। ਅੱਗੇ ਵੀ ਜਦੋਂ ਆਪਾਂ ਰਜਿਸਟਰੀਆਂ ਹੁੰਦੀਆਂ ਨੇ ਉਸ ਕਲੈਕਟਰ ਰੇਟ ਨੂੰ ਕੌਣ ਦੇਖਦਾ, ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਲੈਕਟਰ ਰੇਟ ਕੀ ਹੈ। ਆਪਣਾ ਸਿੱਧਾ ਸੌਦੇ ਹੁੰਦੇ ਨੇ, ਉਹ ਤਕਰੀਬਨ ਚੌਗੁਣਾ ਹੁੰਦਾ ਕਲੈਕਟਰ ਰੇਟ, ਉਹ ਚੌਗੁਣੇ ਹਿੱਸੇ ਸੌਦੇ ਹੁੰਦੇ ਨੇ। ਅੱਜ 30-35 ਲੱਖ ਤਾਂ ਹੁਣ ਆਮ ਹੈ ਰੇਟ, ਚਲੋ 25 ਤੋਂ 35 ਤੱਕ ਲਾ ਲਓ, ਪਰ ਇਹ 9 ਲੱਖ ਤਾਂ ਕਿਸੇ ਹਿਸਾਬ 'ਚ ਨਹੀਂ ਆਉਂਦਾ। ਪਰ ਇਹ ਤਾਂ ਗੱਲ ਹੈ ਜੇ ਕੋਈ ਸਹਿਮਤੀ ਨਾਲ ਕੋਈ ਵੇਚਦਾ ਹੋਵੇ ਜਾਂ ਦੇਣੀ ਹੋਵੇ, ਪਰੰਤੂ ਹੁਣ ਤਾਂ ਉਜਾੜਾ ਹੈ। ਅਸੀਂ ਜ਼ਮੀਨ ਦੇਣੀ ਨਹੀਂ ਚਾਹੁੰਦੇ ਕਿਉਂਕਿ ਇੱਥੇ ਕੋਈ ਰਸਤਾ ਨਹੀਂ ਪਹਿਲਾਂ ਵੀ ਉਹਨੂੰ ਚੌੜਾ ਕੀਤਾ ਜਾ ਸਕਦਾ। ਇਹ ਤਾਂ ਸਿੱਧੀ ਜ਼ਮੀਨ 'ਤੇ ਜਾਂ ਸਿੱਧਾ ਸਾਡੇ 'ਤੇ ਕਬਜ਼ਾ ਜ਼ਮੀਨ 'ਚ ਵੜੂਗਾ ਕੋਈ, ਅਸੀਂ ਫਿਰ ਆਪਦਾ ਜ਼ੋਰ ਅਜਮਾਈ ਕਰਾਂਗੇ। ਗੱਲ ਉਹੀ ਆ ਫੱਗੂਵਾਲਾ ਸਾਹਿਬ, ਪਹਿਲਾਂ ਤਾਂ ਤੁਸੀਂ ਕਹਿੰਦੇ ਹੋ ਵੀ ਰੇਟ ਤੁਹਾਨੂੰ ਤਕਰੀਬਨ 1 ਕਰੋੜ 80 ਲੱਖ ਮਿਲਿਆ, ਜਾਨੀ ਕਿ ਉਹ 10 ਗੁਣਾ ਹੋ ਗਿਆ ਤੁਹਾਡੇ ਰੇਟ ਮੁਤਾਬਕ। ਪਰ ਹੁਣ ਉਹਦਾ 50% ਘੱਟ, ਜਾਨੀ ਕਿ 9 ਲੱਖ ਰੁਪਈਆ ਏਕੜ, ਜਾਨੀ ਕਿ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੀਆਂ ਨੇ ਸਰਕਾਰਾਂ। ਜਦੋਂ ਅੱਜ ਆਪਾਂ ਬਾਜ਼ਾਰ 'ਚ ਜਾਂਦੇ ਹਾਂ, ਅੱਜ ਕੋਈ ਨੂਣ ਦੀ ਥੈਲੀ ਲੈਣ ਜਾਂਦਾ ਹੈ, ਜਿਹੜੀ 5 ਰੁਪਈਆਂ ਦੀ ਉਹ ਕਹਿੰਦੇ ਵੀ ਹੁਣ ਤਾਂ ਰੇਟ ਵੱਧ ਗਿਆ, 6 ਮਹੀਨਿਆਂ ਬਾਅਦ 10 ਰੁਪਏ ਹੋ ਗਿਆ। ਇਹ ਕਦੇ ਨਹੀਂ ਸੁਣਿਆ ਵੀ ਜਿਹੜੇ ਰੇਟ ਪਹਿਲਾਂ ਇੰਨੇ ਵੱਧ ਮਿਲ ਗਏ ਹੁਣ ਰੇਟ ਘੱਟ ਹੋ ਗਿਆ। ਹੁਣ ਇੰਨੀ ਕੋਈ ਗਰੀਬੀ ਜਾਂ ਮੰਦੀ ਤਾਂ ਆਈ ਨਹੀਂ ਵੀ ਜਿਹੜੇ ਰੇਟ ਅੱਧੇ ਹੋ ਗਏ। ਇਹ ਤਾਂ ਇੱਕ ਸਾਜ਼ ਰਾਹੀਂ ਜ਼ਮੀਨ ਨੂੰ ਹੜੱਪਣਾ ਚਾਹੁੰਦੇ ਨੇ। ਇਹ ਇਕੱਲੀ ਸੜਕ ਦੀ ਜ਼ਮੀਨ ਨਹੀਂ ਹੈਗੀ, ਜਿਹੜੀ ਆਲੇ ਦੁਆਲੇ ਬਚ ਗਿਆ ਜ਼ਮੀਨਾਂ, ਜਿਹੜੇ ਭਰਾ ਖੁਸ਼ ਵੀ ਨਾ ਹੋਣ ਵੀ ਜਿਹਦੀ ਜ਼ਮੀਨ ਬਚ ਗਈ ਮੇਰੀ ਤਾਂ ਆਈ ਨਹੀਂ ਵਿੱਚ, ਉਹ ਜ਼ਮੀਨ ਨੂੰ ਉਹ ਖੇਤੀ ਕਰਨ ਵਾਸਤੇ ਲੈ ਲੈਣਗੇ। ਸਾਨੂੰ ਪੰਜਾਬ 'ਚੋਂ ਸਾਰੇ ਵਿਹਲੇ ਹੀ ਹੋਣ ਕਰ ਦੇਣਗੇ। ਇੰਨੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਆਵਾਜ਼ ਇਹੀ ਹੈ ਵੀ ਅਸੀਂ ਜਿੰਨਾ ਚਿਰ ਦਿੱਲੀ ਦਾ ਸੰਘਰਸ਼ ਚੱਲਦਾ ਉਹਨਾਂ ਚਿਰ ਤਾਂ ਅਸੀਂ ਇਹ ਗੱਲ ਹੀ ਨਹੀਂ ਕਰਨੀ। ਉਦੋਂ ਬਾਅਦ ਅਸੀਂ ਜ਼ਮੀਨ ਦੇਣ ਤੋਂ ਸਾਡੀ ਕੋਰੀ ਨਾ ਹੈ। ਸਾਨੂੰ ਚਾਹੇ ਕਰੋੜ ਦੇਣ ਚਾਹੇ 2 ਕਰੋੜ ਦੇਣ, ਅਸੀਂ ਜ਼ਮੀਨ ਨਹੀਂ ਦੇਣੀ। ਫੱਗੂਵਾਲਾ ਸਾਹਿਬ, ਖੇਤੀ ਕਾਨੂੰਨ ਤਾਂ ਹਜੇ ਲਾਗੂ ਵੀ ਨਹੀਂ ਹੋਏ, ਇਹਦਾ ਮਤਲਬ ਪਹਿਲਾਂ ਹੀ ਉਹ ਸਿਸਟਮ ਚੱਲ ਪਏ ਜਿਹੜਿਆਂ ਤੋਂ ਡਰਦੇ ਨੇ ਸੂਬੇ ਦੇ ਕਿਸਾਨ। ਉਹਨਾਂ ਦੇ ਗਡਾਊਨ ਤਾਂ ਕਿੱਦਾਂ ਦੇ ਬਣੇ ਪਏ ਨੇ, ਉਹ ਤਾਂ ਇਹਨਾਂ ਦੀ ਪ੍ਰਪੋਜ਼ਲ ਤਾਂ ਪਹਿਲਾਂ ਅੰਦਰ ਚੱਲਦੀ ਹੈ। ਹੁਣ ਦੇਖੋ ਜ਼ਮੀਨ ਦੀ ਗੱਲ ਹੈ, ਤੁਸੀਂ ਕਹਿੰਦੇ ਐਸਡੀਐਮ ਨਾਲ, ਇਹ ਦਿੱਲੀ ਦਾ ਸੌਦਾ ਜਿਹੜਾ ਪੰਜਾਬ ਸਰਕਾਰ ਨਾਲ ਹੋਇਆ, ਚਾਹੇ ਉਹਨਾਂ ਨੂੰ ਕਮਿਸ਼ਨ ਦੇਣ ਕੁਛ ਦੇਣ, ਇਹਨਾਂ ਰਾਹੀਂ ਉਹਨਾਂ ਤੇ ਜ਼ਮੀਨ ਲੈ ਲੈਣੀ ਹੈ। ਸਾਤੋਂ ਜ਼ਮੀਨ ਨਹੀਂ ਮੰਗਦੇ, ਉਹ ਸਰਕਾਰ ਤੋਂ ਜ਼ਮੀਨ ਮੰਗਦੇ ਨੇ। ਸਾਤੋਂ ਐਸਡੀਐਮ ਮੰਗਦਾ ਜਾਂ ਡੀਸੀ ਮੰਗਦਾ। ਉਹ ਉੱਥੇ ਜਦ ਜਾਂਦੇ ਹਾਂ, ਉਹ ਜਿਵੇਂ ਆਪਾਂ ਕੋਈ ਪੇਸ਼ੀ ਤੇ ਨਹੀਂ ਜਾਂਦੇ, ਇਸ ਤਰ੍ਹਾਂ ਸਾਨੂੰ ਬਿਠਾਇਆ ਜਾਂਦਾ ਵੀ ਪੇਸ਼ੀ ਆਊਗੀ ਖਾਣੀ ਕੀ ਪੁੱਛਣਗੇ, ਉੱਥੇ ਹਾਜ਼ਰੀ ਲਾ ਕੇ ਸਾਨੂੰ ਮੋੜਿਆ ਜਾਂਦਾ। ਫਿਰ ਉਦੋਂ ਬਾਅਦ ਅਸੀਂ ਅੱਕ ਕੇ ਨਾ ਇਹ ਕੀਤਾ ਵੀ ਅਸੀਂ ਉਹ ਜਾਣਾ ਹੀ ਨਹੀਂ ਕਿਤੇ, ਆਪਦਾ ਇੱਥੇ ਸੰਘਰਸ਼ ਕਰਦੇ ਹਾਂ। ਸਾਡੇ ਖੇਤ 'ਚ ਜਦੋਂ ਵੜੂਗਾ, ਪਹਿਲਾਂ ਅਸੀਂ ਧੋਖਾ ਖਾ ਕੇ ਵੀ ਬੁਰਜੀਆਂ ਲਾ ਗਏ, ਹੁਣ ਅਸੀਂ ਬੁਰਜੀ ਤਾਂ ਕੀ ਅਸੀਂ ਪੈਰ ਨਹੀਂ ਧਰਨ ਦਿੰਦੇ ਕਿਸੇ ਨੂੰ ਜ਼ਮੀਨ 'ਚ। ਸੋ ਤੁਹਾਨੂੰ ਦੱਸ ਦਈਏ ਕਿ ਦਿੱਲੀ ਕਟੜਾ ਐਕਸਪ੍ਰੈਸਵੇ ਬਣ ਰਿਹਾ, ਉਸ ਦੀ ਵਿਰੋਧਤਾ ਹੋ ਰਹੀ ਹੈ। ਵਿਰੋਧਤਾ ਕਿਉਂ ਹੋ ਰਹੀ ਹੈ? ਕਿਉਂਕਿ ਪਹਿਲਾਂ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਬਣਿਆ, ਭਵਾਨੀਗੜ੍ਹ ਚੋਂ ਲੰਘ ਰਿਹਾ, ਸੰਗਰੂਰ ਜਾ ਰਿਹਾ, ਬਠਿੰਡੇ ਨੂੰ ਜਾ ਰਿਹਾ। ਸੋ ਤੁਹਾਨੂੰ ਦੱਸ ਦਈਏ ਕਿ ਇਹ ਜ਼ਮੀਨ 1 ਕਰੋੜ 80 ਲੱਖ ਨੂੰ ਕਿਸਾਨਾਂ ਦਾ ਕਹਿਣਾ, ਫੱਗੂ ਵਾਲੇ ਕਿਸਾਨਾਂ ਦਾ ਕਹਿਣਾ, ਰੋਸ਼ਨ ਵਾਲੇ ਕਿਸਾਨਾਂ ਦਾ ਕਹਿਣਾ ਕਿ 1 ਕਰੋੜ 80 ਲੱਖ ਨੂੰ ਪ੍ਰਤੀ ਏਕੜ ਖਰੀਦੀ ਗਈ। ਅੱਜ ਜ਼ਮੀਨ ਇਨਕੁਆਇਰ ਕਰ ਰਹੇ ਨੇ ਦਿੱਲੀ ਕਟੜਾ ਵੇ ਵਾਸਤੇ, ਐਕਸਪ੍ਰੈਸ ਵੇ ਬਣਨਾ ਇੱਥੇ, ਤੇ ਇਹਦੀ ਰੇਟ ਦੇ ਰਹੇ ਨੇ 9.5 ਲੱਖ ਰੁਪਈਆ ਏਕੜ, ਜੋ ਸ਼ਰੇਆਮ ਧੱਕਾਸ਼ਾਹੀ ਹੋ ਰਹੀ ਆ। ਕਿਸਾਨਾਂ ਨੇ ਕਹਿਣਾ ਕਿ ਅਸੀਂ ਇੱਥੇ ਧਰਨਾ ਸ਼ੁਰੂ ਕਰ ਦਿੱਤਾ ਅਣਮਿੱਥੇ ਸਮੇਂ ਲਈ, ਪਰ ਸਾਡੇ ਕਿਸਾਨ ਦਿੱਲੀ ਬੈਠੇ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਅਸੀਂ ਇਸ ਸਿਸਟਮ ਦਾ ਜੋ ਧੱਕਾਸ਼ਾਹੀ ਕਿਸਾਨਾਂ ਨਾਲ ਸਰਕਾਰ ਕਰ ਰਹੀ ਆ, ਇਹਦਾ ਪੂਰਾ ਵਿਰੋਧ ਕਰਾਂਗੇ। ਸੋ ਤੁਹਾਨੂੰ ਦੱਸ ਦਈਏ ਕਿ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਆ। ਦਿੱਲੀ ਕਟੜਾ ਐਕਸਪ੍ਰੈਸ ਵੇ ਦਾ ਬਹੁਤ ਘੱਟ ਰੇਟ ਦੇ ਰਹੇ ਨੇ ਕਿਸਾਨਾਂ ਨੂੰ। ਭਵਾਨੀਗੜ੍ਹ ਤੋਂ ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।